बादल परिवार ਜਿਹਦੇ ਲਿਫਾਫੇ ਚੋਂ ਪ੍ਰਧਾਨ ਨਿਕਲਦੇ ਨੇ 2015 ਨੂੰ ਇਹ ਹੋਇਆ ਸੀਗਾ। ਇਸ ਨੂੰ ਮਿੱਟੀ ਕਿਉਂ ਪਾਈ ਗਈ? ਉਦੋਂ FIR ਕਿਉਂ ਨਹੀਂ ਦਰਜ ਕਰਾਈ ਗਈ? ਇਹ FIR ਦਰਜ ਹੋਣੀ ਚਾਹੀਦੀ ਸੀ 302 ਦੇ ਵਿੱਚ, 295A ਦੇ ਵਿੱਚ। ਇਹ ਕਿਹਦੇ ਅਖਤਿਆਰ ਨਾਲ ਜਾਂ ਕਿਹਦੇ ਹੁਕਮਾਂ ਨਾਲ SGPC ਨੇ ਇਸ ਨੂੰ ਬੰਦ ਕੀਤਾ? ਕਿਤੇ ਆਟੇ ਦੀ ਬੋਰੀਆਂ ਚੋਰੀ ਹੋ ਜਾਣ, ਕਿਤੇ ਲੰਗਰ ਪ੍ਰਸ਼ਾਦਾ, ਕਿਤੇ ਕੋਈ ਹੋਰ ਚੋਰੀ ਹੋ ਜਾਵੇ ਤੇ ਤੁਸੀਂ ਕੇਸ ਪਾਉਣ ਨੂੰ ਤਤਪਰ ਰਹਿੰਦੇ ਹੋ। ਕੁਛ ਨਾ ਹੋਇਆ ਹੋਵੇ, ਝੂਠੇ ਕਾਗਜ਼ ਬਣਾ ਕੇ ਕੇਸ ਪਾ ਦਿੰਦੇ ਹੋ। 2007 ਦੇ ਵਿੱਚ ਇਹ ਮਸਲਾ ਉੱਠਦਾ ਡੇਰੇ ਨਾਲ, ਜਦੋਂ ਪੋਸ਼ਾਕ ਪਾਈ ਜਾਂਦੀ। ਇਹ ਵੀ ਕਹਿਤਾ ਬੀਬੀ ਨੇ ਕਿ ਪੋਸ਼ਾਕ ਜਿਹੜੀ ਉਹ ਬਾਦਲ ਸਾਹਿਬ ਨੇ ਦਿੱਤੀ ਹੈ। ਹੁਣ ਅੱਜ ਵੀ ਇਹ ਜਿਹੜੇ ਸਰੂਪ ਗਏ ਨੇ, ਇਹ ਅਣਪਛਾਤੇ ਬੰਦੇ ਲੈ ਗਏ, ਉਹ ਤੁਹਾਡੇ ਘਰ ਦੇ ਵਿੱਚੋਂ ਲੈ ਗਏ। ਤੁਸੀਂ ਵੋਟਾਂ ਲੈਣ ਵਾਸਤੇ ਗੁਰੂ ਨੂੰ, ਮੈਂ ਸਮਝਦਾ ਤੁਸੀਂ ਗੁਰੂ ਸਾਹਿਬਾਨ ਦਾ ਸੌਦਾ ਕਰ ਦਿੱਤਾ। ਸ਼੍ਰੋਮਣੀ ਗੁਰਦੁਆਰਾ ਕਮੇਟੀ ਆਪਣੇ ਫਰਜ਼ ਤੋਂ ਟਲ ਗਈ ਹੈ, ਆਪਣੇ ਫਰਜ਼ ਤੋਂ ਪਿੱਠ ਮੋੜ ਚੁੱਕੀ ਹੈ। ਕਿਹਨਾਂ ਕਰਕੇ ਪਿੱਠ ਮੋੜੀ ਹੈ? ਉਹ ਮੋੜੀ ਹੈ ਬਾਦਲ ਪਰਿਵਾਰ ਕਰਕੇ, ਜਿਹਦੇ ਲਿਫਾਫੇ ਚੋਂ ਪ੍ਰਧਾਨ ਨਿਕਲਦਾ ਹੈ। ਕਿ ਜਿੱਥੇ ਵੀ ਅਕਾਲੀ ਲੀਡਰ ਮਿਲਣ, ਸੰਗਤ ਇਸ ਨੂੰ ਜ਼ਰੂਰ ਰੋਕੇ ਔਰ ਪੁੱਛੇ ਇਹਨਾਂ ਤੋਂ ਕਿ 453 ਸਰੂਪ ਜਿਹੜੇ ਗਏ ਨੇ ਉਹ ਕਿੱਥੇ ਗਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਗੁੰਮ ਹੋਣ ਦਾ ਮਾਮਲਾ ਲਗਾਤਾਰ ਵਧਦਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਹੁਣ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ SGPC ਅਤੇ ਬਾਦਲ ਪਰਿਵਾਰ ਉੱਪਰ ਸਵਾਲ ਚੁੱਕੇ ਨੇ। ਜੀਕੇ ਨੇ ਕਿਹਾ ਹੈ ਕਿ ਇਸ ਪੂਰੇ ਮਾਮਲੇ ਉੱਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੁੱਪੀ ਵੱਟੀ ਹੋਈ ਹੈ ਤੇ ਇਸ ਤੇ ਬੋਲਦਿਆਂ ਜੀਕੇ ਨੇ ਕਿਹਾ ਹੈ ਕਿ ਹੁਣ ਅਸੀਂ ਸੁਖਬੀਰ ਸਿੰਘ ਬਾਦਲ ਦੇ ਦਿੱਲੀ ਨਿਵਾਸ ਦਾ ਘਿਰਾਓ ਵੀ ਕਰਾਂਗੇ। ਇਸ ਤੋਂ ਇਲਾਵਾ ਮਨਜੀਤ ਸਿੰਘ ਜੀਕੇ ਨੇ ਡੇਰਾ ਸਿਰਸਾ ਨੂੰ ਮਾਫੀ ਦੇਣ ਦੇ ਮਾਮਲੇ ਤੇ ਵੀ ਕਈ ਸਵਾਲ ਖੜੇ ਕੀਤੇ ਨੇ। ਅੱਜ ਮੈਂ ਪਹਿਲੀ ਇਨਫੋਰਮੇਸ਼ਨ ਜਿਹੜੀ ਦੇਣੀ ਚਾਹ ਰਿਹਾ, ਮੇਨ ਸਾਡੀ ਪ੍ਰੈਸ ਕਾਨਫਰੰਸ ਇਸ ਇਸ਼ੂ ਤੇ ਉਸ ਨੂੰ ਬਾਅਦ ਚ ਲੈਣਾ, ਕਿ 2018 ਦੇ ਵਿੱਚ ਅਸੀਂ ਦਿੱਲੀ ਗੁਰਦੁਆਰਾ ਕਮੇਟੀ 'ਚ ਰਹਿੰਦੇ ਇੱਕ PIL ਪਾਈ ਸੀਗੀ ਜਗਤਾਰ ਸਿੰਘ ਹਵਾਰਾ ਔਰ ਦਇਆ ਸਿੰਘ ਲਾਹੌਰੀਆ ਹੋਰਾਂ ਨੂੰ, ਜਿਹੜੇ ਹਿਊਮਨ ਰਾਈਟਸ ਬੇਸਿਕ ਜੇਲ੍ਹਾਂ 'ਚ ਚਾਹੀਦੇ ਉਹ ਨਹੀਂ ਮਿਲੇ ਸੀਗੇ। ਔਰ ਕਿਤੇ ਨਾ ਕਿਤੇ ਇਹਨਾਂ ਵਿੱਚੋਂ ਕੁੱਟਮਾਰ ਵੀ ਕੀਤੀ ਗਈ ਸੀ, ਇਹਨਾਂ ਨਾਲ ਤਸ਼ੱਦਦ ਕੀਤਾ ਗਿਆ ਸੀਗਾ। ਉਹਦੀ ਅੱਜ ਡਿਸਪੋਜ਼ਲ ਹੋ ਗਿਆ, ਜਜਮੈਂਟ ਹੋ ਗਈ ਔਰ ਉਹ ਜੋ ਉਹਨਾਂ ਨੂੰ ਸਹੂਲਤਾਂ ਚਾਹੀਦੀਆਂ ਨੇ ਉਹ ਸਾਰੀਆਂ ਮੁਹੱਈਆ ਕਰਾਉਣ ਵਾਸਤੇ ਕੋਰਟ ਨੇ ਕਹਿ ਦਿੱਤੀਆਂ ਸੀਗੀਆਂ। ਇਹਦੇ ਵਿੱਚ ਇਹਨਾਂ ਨੂੰ TV ਵੀ ਮਿਲੇਗਾ। ਇਸ ਤੋਂ ਪਹਿਲੇ CCTV ਦੀ ਗੱਲ ਹੋਈ ਸੀ, 5600 CCTV ਕੈਮਰੇ ਸਾਡੀ ਇਸ ਪਟੀਸ਼ਨ ਤੇ ਲਗਾਉਣ ਦਾ ਆਰਡਰ ਜੱਜ ਸਾਹਿਬ ਨੇ ਕੀਤਾ ਸੀਗਾ। ਔਰ ਇਹ ਡਿਸਕ੍ਰਿਮੀਨੇਸ਼ਨ ਜਾਂ ਫਿਜ਼ੀਕਲ ਡਿਸਕ੍ਰਿਮੀਨੇਸ਼ਨ ਜਿਹੜੀ ਇਹਨਾਂ ਨਾਲ ਹੁੰਦੀ ਸੀ, ਉਸ ਦੇ ਉੱਤੇ ਐਕਸ਼ਨ ਔਰ ਉਸ ਦੇ ਉੱਤੇ ਰੋਕ ਹੋ ਰਹੀ ਹੈ। ਔਰ ਜਿਸ ਇਸ਼ੂ ਲਈ ਅਸੀਂ ਅੱਜ ਪ੍ਰੈਸ ਕਾਨਫਰੰਸ ਬਣਾਈ ਹੈ, ਮੈਂ ਉਸ ਨੂੰ ਸ਼ੁਰੂ ਕਰਦਾ ਵਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਅੱਜ ਮਿਸਿੰਗ ਨੇ, ਅੱਜ ਜਿਹੜੇ ਅਕਾਲ ਤਖਤ ਸਾਹਿਬ ਨੇ ਜਿਸ ਤੇ ਕਮੇਟੀ ਬਣਾਈ ਸੀ ਉਹਦਾ ਰਿਪੋਰਟ ਵੀ ਆਈ ਹੈ, ਮੈਂ ਉਸ ਇਸ਼ੂ ਨੂੰ ਅੱਜ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ ਵਾਂ। ਮੈਂ ਸਮਝਦਾ ਗੁਰੂ ਗ੍ਰੰਥ ਸਾਹਿਬ ਜਿਹੜੇ ਸਿੱਖਾਂ ਦੇ ਨਾਲ ਆਪਣੀ ਜਾਨ ਤੋਂ ਪਿਆਰਾ ਔਰ ਜੋ ਮਾਣ ਸਤਿਕਾਰ ਜਾਂ ਰਿਸਪੈਕਟ ਸਿੱਖਾਂ ਦੇ ਗੁਰੂ ਨਾਨਕ ਨਾਮ ਲੇਵਾ ਦੇ ਹਿਰਦੇ 'ਚ ਹੈ, ਉਹ ਅਨਪੈਰਲਲ ਹੈ। ਉਹਦੀ ਜੜ ਕੀ ਹੈ? ਉਹਦੀ ਜੜ ਇਹ ਹੈ ਕਿ ਜੋ ਗੁਰੂ ਨਾਨਕ ਪਾਤਸ਼ਾਹ ਨੇ ਬਾਣੀ ਦਾ ਸਤਿਕਾਰ ਕਰਨਾ ਦੱਸਿਆ ਸੀ ਸਿੱਖਾਂ ਨੂੰ, ਔਰ ਉਸ ਤੋਂ ਬਾਅਦ ਗੁਰੂ ਅਰਜਨ ਪਾਤਸ਼ਾਹ ਨੇ ਜਦੋਂ ਰਾਮਸਰ ਸੰਪਾਦਨਾ ਹੋਈ ਗੁਰੂ ਗ੍ਰੰਥ ਸਾਹਿਬ ਦੀ, ਔਰ ਉਸ ਤੋਂ ਬਾਅਦ ਗੁਰੂ ਸਾਹਿਬ ਆਪ ਥੱਲੇ ਬੈਠਦੇ ਸੀਗੇ ਔਰ ਗੁਰੂ ਗ੍ਰੰਥ ਸਾਹਿਬ ਨੂੰ ਉੱਤੇ ਰੱਖਦੇ ਸੀਗੇ। ਦਸਮ ਗੁਰੂ ਨੇ ਜੋਤੀ ਜੋ ਸਮਾਨ ਲੱਗਿਆ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦਿੱਤੀ। ਔਰ ਇਸ ਤੋਂ ਬਾਅਦ ਸੁਪਰੀਮ ਕੋਰਟ ਆਂਦਾ ਕਿ ਸੁਪਰੀਮ ਕੋਰਟ ਨੇ ਲਿਵਿੰਗ ਗੁਰੂ ਦਾ ਦਰਜਾ ਗੁਰੂ ਗ੍ਰੰਥ ਸਾਹਿਬ ਨੂੰ ਦਿੱਤਾ। ਅਫਸੋਸ ਦੀ ਗੱਲ ਇਹ ਕਿ ਜਿਸ ਰਾਮਸਰ ਦੇ ਪਾਵਨ ਅਸਥਾਨ ਤੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੋਈ ਸੀ, ਉਸੇ ਜਗ੍ਹਾ ਤੋਂ ਸਰੂਪ ਚੋਰੀ ਹੁੰਦੇ ਨੇ। ਔਰ 2015 ਦੀ 18 ਅਗਸਤ ਤੱਕ ਇਹ ਸਾਰਾ ਕੁਝ ਹੋ ਜਾਂਦਾ, 13, 14, 15 ਦੇ ਵਿੱਚ। ਲੇਕਿਨ SGPC ਉਸ ਤੇ ਮਿੱਟੀ ਪਾਉਣ ਦਾ ਕੰਮ ਕਰਦੀ ਹੈ, ਉਸ ਇਸ਼ੂ ਨੂੰ ਦਬਾਉਣ ਦਾ ਕੰਮ ਕਰਦੀ ਹੈ। ਮੈਨੂੰ ਨਹੀਂ ਸਮਝ ਆਈ ਕਿਉਂ ਇਹ ਕੀਤਾ ਗਿਆ ਔਰ ਕੀ ਲਫ਼ਜ਼ ਯੂਜ਼ ਕੀਤਾ ਜਾਂਦਾ ਹੈ ਕਿ ਇਹ ਦਸਤੀ ਸਰੂਪ ਕਿਸੇ ਨੂੰ ਦੇ ਦਿੱਤੇ ਗਏ। ਹੁਣ ਇਹ ਵਰਡ ਗੁਰੂ ਸਾਹਿਬ ਲਈ ਯੂਜ਼ ਹੋ ਸਕਦਾ ਦਸਤੀ,
ਕੀ ਇਹ ਰਕਮ ਹੈ, ਕੋਈ ਕਮੋਡਿਟੀ ਹੈ, ਕੋਈ ਪੈਸਾ ਹੈ ਕਿ ਜਿਸ ਨੂੰ ਤੁਸੀਂ ਆਖਦੇ ਹੋ ਕਿ ਦਸਤੀ ਸਰੂਪ ਜੀ ਕਿਸੇ ਜਗ੍ਹਾ ਚਲੇ ਗਏ, ਕਿੱਥੇ ਚਲੇ ਗਏ? ਇਹਦਾ ਜਵਾਬ ਕੌਣ ਦੇਗਾ? ਮੈਂ ਸਮਝਦਾ ਕਿ ਤੁਸੀਂ ਗੋਲਕਾਂ ਸਾਂਭਦੇ ਹੋ, ਤੁਸੀਂ ਬਾਕੀ ਕੁਝ ਸਾਂਭਦੇ ਹੋ, ਜਿਹੜਾ ਕਰਕੇ ਸਾਡੀ ਹੋਂਦ ਹੈ ਤੁਸੀਂ ਗੁਰੂ ਨੂੰ ਨਹੀਂ ਸਾਂਭ ਸਕੇ। ਇੱਕ ਨਹੀਂ, ਦੋ ਨਹੀਂ, ਕਿੰਨੇ ਸਰੂਪ ਚਲੇ ਗਏ। ਫਿਰ ਇੱਕ ਸੈੱਟ ਪ੍ਰੋਸੀਜਰ ਹੈ ਕਿ ਜਦੋਂ ਕੋਈ ਗੁਰੂ ਗ੍ਰੰਥ ਸਾਹਿਬ ਲੈਣ ਆਉਂਦਾ ਹੈ ਉਸ ਦੀ ਪਹਿਲੇ ਇਨਕੁਆਇਰੀ ਹੁੰਦੀ ਹੈ, ਉਹਦੇ ਘਰ ਦਾ ਜਾ ਕੇ ਪਹਿਲੇ ਸਿਸਟਮ ਦੇਖਿਆ ਜਾਂਦਾ ਕਿ ਉੱਥੇ ਮਰਿਆਦਾ ਰੱਖੀ ਜਾ ਸਕਦੀ ਕਿ ਨਹੀਂ ਰੱਖੀ ਜਾ ਸਕਦੀ। ਜੇ ਕੋਈ ਆਰਗੇਨਾਈਜੇਸ਼ਨ, ਕੋਈ ਡੇਰਾ, ਕੋਈ ਐਸੀ ਜਗ੍ਹਾ ਮੰਗਦੀ ਹੈ ਤਾਂ ਉੱਥੇ ਵੀ ਜਾ ਕੇ ਇੰਸਪੈਕਸ਼ਨ ਹੁੰਦੀ ਹੈ ਔਰ ਉਹ ਦੇਖਿਆ ਜਾਂਦਾ ਹੈ ਕਿ ਇਹ ਸਰੂਪ ਉੱਥੇ ਦੇਣੇ ਵੀ ਨੇ ਕਿ ਨਹੀਂ ਦੇਣੇ। ਤੇ ਜਿਹੜੇ ਇਹ 400 ਕਿੰਨੇ ਸਰੂਪ, ਪਹਿਲੇ 328 ਆਖੇ ਜਾਂਦੇ ਸੀ, ਹੁਣ 453 ਸਰੂਪ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਕਹੇ ਨੇ। ਮੈਂ ਪੁੱਛਣਾ ਚਾਹੁੰਦਾ ਕਿ ਇਹ ਕਿਹਦੀ ਰਿਕਮੈਂਡੇਸ਼ਨ ਤੇ ਗਏ? ਕਿਹੜਾ ਬੰਦਾ ਸੀ ਜਿਸ ਨੇ ਆਖਿਆ ਕਿ ਇਹ ਦਸਤੀ ਵਰਡ ਯੂਜ਼ ਕਰਕੇ ਕਿ ਇਸ ਨੂੰ ਦੇ ਦਿੱਤੇ ਜਾਣ? ਇਹ ਕੀ ਕਿਸੇ ਡੇਰੇ ਨੂੰ ਦਿੱਤੇ ਗਏ ਜਾਂ ਇਹ ਸੱਚੇ ਸੌਦੇ ਸਾਧ ਨੂੰ ਦਿੱਤੇ ਗਏ? ਮੈਂ ਪੁੱਛਣਾ ਚਾਹੁੰਦਾ ਕਿ ਜਦੋਂ ਮਹਾਰਾਜ ਦਾ ਸਰੂਪ ਲੈਣ ਜਾਓ, 5 ਸਿੰਘ ਸਭਾਨ ਆਉਂਦੇ ਨੇ, ਗੱਡੀ ਜਿਹੜੀ ਹੈ ਉਸ ਨੂੰ ਬੜੀ ਮਰਿਆਦਾ ਦੇ ਹਿਸਾਬ ਨਾਲ ਤਿਆਰ ਕਰਕੇ ਲਿਆਇਆ ਜਾਂਦਾ ਹੈ। ਇੱਕ ਸਰੂਪ 2 4 5 10 ਨਹੀਂ, 453। ਇਹ ਕਿਹੜੀ ਜੀਪ 'ਚ ਗਏ, ਕਿਹੜੀ ਕਾਰ 'ਚ ਗਏ, ਕਿਹੜੇ ਟਰੈਕਟਰ ਟਰਾਲੀ 'ਚ ਗਏ, ਕਿਹੜੇ ਟੈਂਪੂ 'ਚ ਗਏ? ਇਹਨਾਂ ਨੂੰ ਕਿਹਨੇ ਡਿਲੀਵਰ ਕੀਤਾ, ਕਿਹਦੇ ਆਦੇਸ਼ਾਂ ਤੇ ਡਿਲੀਵਰ ਕੀਤਾ? ਜਾਂ ਇਹ ਕਾਤਲਾਂ ਨੂੰ ਦਿੱਤੇ ਗਏ ਤੇ ਉਹ ਕਾਤਲ ਕੌਣ ਨੇ? ਅੱਜ ਸਿੱਖਾਂ ਦਾ ਜਿਹੜਾ ਹਿਰਦਾ ਨਾ ਉਹ ਵਲੂੰਦਰਿਆ ਗਿਆ। ਮੈਂ ਇਹ ਸਮਝਦਾ ਵਾਂ ਕਿ ਸਾਡੇ ਪਰਿਵਾਰ ਦਾ ਕੋਈ ਬੰਦਾ ਮਿਸਿੰਗ ਹੋ ਜਾਏ ਨਾ ਤੇ ਇੱਕ ਟਾਈਮ ਤੱਕ ਅਸੀਂ ਲੱਭਦੇ ਹਾਂ, ਲੇਕਿਨ ਉਹਦੇ ਬਾਅਦ ਤੜਫਦੇ ਹਾਂ ਯਾਰ ਜੇ ਉਹ ਬੰਦਾ ਕਿਤੇ ਖਤਮ ਵੀ ਹੋ ਗਿਆ, ਕਿਤੇ ਉਹ ਮਰ ਵੀ ਗਿਆ ਤੇ ਉਹਦੀ ਲਾਸ਼ ਮਿਲ ਜਾਵੇ, ਘਰ ਨੂੰ ਸ਼ਾਂਤੀ ਮਿਲ ਜਾਵੇ, ਅਸੀਂ ਉਹਦਾ ਮਰਿਆਦਾ ਅਨੁਸਾਰ ਭੋਗ ਪਾ ਦਈਏ। ਮੈਂ ਪੁੱਛਣਾ ਚਾਹੁੰਦਾ, ਇਹ ਜਿਹੜੇ ਗੁਰੂ ਮਹਾਰਾਜ ਦੇ ਸਰੂਪ ਤੁਸੀਂ ਦਿੱਤੇ, ਇਹ ਕਿੱਥੇ ਕਿੱਥੇ ਗਏ? ਇਹ ਕਿਸੇ ਨੇ ਬੇਦਬੀ ਕੀਤੀ, ਉਹਨਾਂ ਦੇ ਅੰਗਾਂ ਦਾ ਨਿਰਾਦਰ ਕੀਤਾ? ਉਹ ਅੰਗ ਕਿੱਥੇ ਨੇ, ਉਹ ਸਰੂਪ ਕਿੱਥੇ ਨੇ? ਸਾਨੂੰ ਇਹ ਦੱਸੋ ਨਾ, ਸਾਨੂੰ ਇਹ ਨਾ ਦੱਸੋ ਕਿ ਅਸੀਂ ਐਕਸ਼ਨ ਲੈ ਲਿਆ ਐਸਜੀਪੀਸੀ ਦੇ ਸਟਾਫ ਤੇ। ਐਸਜੀਪੀਸੀ ਦੇ ਸਟਾਫ ਦਾ ਮਤਲਬ ਕੀ ਹੈ? ਮੈਂ ਅਪੀਲ ਕਰਦਾ ਵਾਂ ਐਸਜੀਪੀਸੀ ਦੇ ਸਟਾਫ ਨੂੰ ਕਿ ਜਿਨ੍ਹਾਂ ਤੇ ਵੀ ਐਕਸ਼ਨ ਹੋ ਰਿਹਾ ਤੁਸੀਂ ਬੇਬਾਕੀ ਨਾਲ ਨਾਮ ਲੈ ਦਿਓ, ਔਰ ਜੇ ਤੁਸੀਂ ਨਾਮ ਲੈ ਦਿਓਗੇ ਕਿ ਕਿਹਨਾਂ ਦੇ ਆਖੇ ਸਰੂਪ ਗਏ ਨੇ, ਕੌਮ ਤੁਹਾਡੇ ਪਿੱਛੇ ਖੜੀ ਹੋਏਗੀ, ਕਿਉਂਕਿ ਸਾਡੇ ਹਿਰਦੇ ਵਲੂੰਦੜੇ ਗਏ ਨੇ। ਅੱਜ ਅਫਸੋਸ, ਅੱਜ ਤਪਸ਼ ਮਹਿਸੂਸ ਕਰ ਰਿਹਾ ਸਾਰਾ ਸਿੱਖ ਜਗਤ ਕਿ ਮਹਾਰਾਜ ਦੇ ਸਰੂਪ ਕਿੱਥੇ ਨੇ, ਸਾਨੂੰ ਪਤਾ ਲੱਗ ਜਾਵੇ, ਅਸੀਂ ਉਹਨਾਂ ਨੂੰ ਲਿਆ ਕੇ ਮਰਿਆਦਾ ਅਨੁਸਾਰ ਜੇ ਅਗਨ ਭੇਟ ਕਰਨਾ ਹੈ ਜਾਂ ਜੋ ਵੀ ਉਹਦਾ ਅਸੀਂ ਮਰਿਆਦਾ ਸਿੱਖ ਧਰਮ ਦੇ ਵਿੱਚ ਹੈ, ਉਸ ਹਿਸਾਬ ਨਾਲ ਅਸੀਂ ਇਸ ਨੂੰ ਜਿਹੜਾ ਹੈ ਉਹਨਾਂ ਦਾ ਅਗਨ ਭੇਟ ਜਾਂ ਅੰਤਿਮ ਜੋ ਵੀ ਉਹਨਾਂ ਦਾ ਹੈ ਉਹ ਕਰ ਸਕੀਏ। ਮੈਂ ਹਿਸਟਰੀ 'ਚ ਜਾਣਾ, ਗੁਰੂ ਹਰਗੋਬਿੰਦ ਪਾਤਸ਼ਾਹ ਗਵਾਲੀਅਰ ਦੀ ਜੇਲ੍ਹ ਦੇ ਵਿੱਚ ਬੰਦ ਹੁੰਦੇ ਨੇ, ਔਰ ਜਦੋਂ ਗਵਾਲੀਅਰ ਦੀ ਜੇਲ੍ਹ ਦੇ ਵਿੱਚ ਜਹਾਂਗੀਰ ਵੇਲੇ ਬੰਦ ਹੁੰਦੇ ਨੇ ਤੇ ਬਾਬਾ ਬੁੱਢਾ ਜੀ ਕਿੱਥੋਂ, ਅੰਮ੍ਰਿਤਸਰੋਂ, ਕੋਈ ਗੱਡੀ ਨਹੀਂ, ਕੋਈ ਮੋਟਰ ਨਹੀਂ, ਕੋਈ ਰੇਲ ਨਹੀਂ, ਕੋਈ ਹਵਾਈ ਜਹਾਜ਼ ਨਹੀਂ, ਬਾਬਾ ਬੁੱਢਾ ਜੀ ਕਿੱਥੋਂ ਚੱਲਦੇ ਨੇ ਔਰ ਸ਼ਬਦ ਚੌਂਕੀ ਜੱਥੇ ਨਾਲ ਸਾਰੀ ਜੇਲ੍ਹ ਦੀ ਪਰਿਕਰਮਾ ਕਰਦੇ ਨੇ। ਬਾਰ-ਬਾਰ ਜਾ ਕੇ ਜੱਥੇ ਜਾਂਦੇ ਨੇ ਔਰ ਜਾ ਕੇ ਪਰਿਕਰਮਾ ਕਰਦੇ ਨੇ ਉਸ ਸਥਾਨ ਦੀ। ਮੈਂ ਪੁੱਛਣਾ ਚਾਹੁੰਦਾ, ਐਸਜੀਪੀਸੀ ਸਿੱਖਾਂ ਦੀ ਮਿਨੀ ਪਾਰਲੀਮੈਂਟ ਕਹੀ ਜਾਂਦੀ ਹੈ, ਸਿੱਖਾਂ ਦੀ ਨੁਮਾਇੰਦਾ ਜਮਾਤ ਕਹੀ ਜਾਂਦੀ ਹੈ, ਅੱਜ ਚੁੱਪ ਕਿਉਂ ਹੈ? ਅੱਜ ਕਿਸ ਦੇ ਕਹਿਣੇ ਤੇ ਚੁੱਪ ਹੈ? 2015 ਨੂੰ ਇਹ ਹੋਇਆ ਸੀਗਾ, ਇਸ ਨੂੰ ਮਿੱਟੀ ਕਿਉਂ ਪਾਈ ਗਈ? ਉਦੋਂ FIR ਕਿਉਂ ਨਹੀਂ ਦਰਜ ਕਰਾਈ ਗਈ? ਇਹ FIR ਦਰਜ ਹੋਣੀ ਚਾਹੀਦੀ ਸੀ 302 ਦੇ ਵਿੱਚ, 295A ਦੇ ਵਿੱਚ। ਇਹ ਕਿਹਦੇ ਅਖਤਿਆਰ ਨਾਲ ਜਾਂ ਕਿਹਦੇ ਹੁਕਮਾਂ ਨਾਲ ਐਸਜੀਪੀਸੀ ਨੇ ਇਸ ਨੂੰ ਬੰਦ ਕੀਤਾ? ਇਹ ਬਾਦਲ ਪਰਿਵਾਰ ਜਿਹਦੇ ਲਿਫਾਫੇ 'ਚੋਂ ਪ੍ਰਧਾਨ ਨਿਕਲਦੇ ਨੇ, ਉਹਨਾਂ ਨੇ ਤੁਹਾਨੂੰ ਕਾਰਵਾਈ ਕਰਨ ਤੋਂ ਰੋਕਿਆ। ਇਹਦੇ ਜ਼ਿੰਮੇਵਾਰ ਕੌਣ ਨੇ? ਮੈਂ ਸਮਝਦਾ ਤੁਸੀਂ ਬਹੁਤ, ਕਿਤੇ ਆਟੇ ਦੀ ਬੋਰੀਆਂ ਚੋਰੀ ਹੋ ਜਾਣ, ਕਿਤੇ ਲੰਗਰ ਪ੍ਰਸ਼ਾਦਾ, ਕਿਤੇ ਕੋਈ ਹੋਰ ਚੋਰੀ ਹੋ ਜਾਵੇ ਤੇ ਤੁਸੀਂ ਕੇਸ ਪਾਉਣ ਨੂੰ ਤਤਪਰ ਰਹਿੰਦੇ ਹੋ। ਕੁਛ ਨਾ ਹੋਇਆ ਹੋਵੇ, ਝੂਠੇ ਕਾਗਜ਼ ਬਣਾ ਕੇ ਕੇਸ ਪਾ ਦਿੰਦੇ ਹੋ। ਇੱਥੇ ਸਾਡੇ ਗੁਰੂ ਸਾਹਿਬਾਨ ਜਿਨ੍ਹਾਂ ਦੀ ਬੇਦਬੀ ਹੋ ਚੁੱਕੀ ਹੈ, ਜਿਨ੍ਹਾਂ ਨੂੰ ਤੁਸੀਂ ਦੇ ਚੁੱਕੇ ਹੋ, ਤੁਸੀਂ ਉਸ ਦਾ ਕੇਸ ਕਿਉਂ ਨਹੀਂ ਅੱਜ ਤੱਕ ਪਾਇਆ? ਇਹਦਾ ਜਵਾਬ ਦੇਣਾ ਪਏਗਾ ਤੁਹਾਨੂੰ, ਇਹਦਾ ਜਵਾਬ ਦੇਣਾ ਪਏਗਾ। ਮੈਂ ਥੋੜੀ ਹਿਸਟਰੀ ਜਾਣਨਾ ਵਾਂ।
2007 ਦੇ ਵਿੱਚ ਇਹ ਮਸਲਾ ਉੱਠਦਾ ਡੇਰੇ ਨਾਲ ਜਦੋਂ ਪੋਸ਼ਾਕ ਪਾਈ ਜਾਂਦੀ ਹੈ। ਇਹ ਵੀ ਕਹਿਤਾ ਬੀਬੀ ਨੇ ਕਿ ਪੋਸ਼ਾਕ ਜਿਹੜੀ ਉਹ ਬਾਦਲ ਸਾਹਿਬ ਨੇ ਦਿੱਤੀ ਹੈ। ਸਾਡਾ ਉਹ ਟੌਪਿਕ ਨਹੀਂ ਕਿੰਨੇ ਦਿੱਤੀ ਕਿੰਨੇ ਨਹੀਂ ਦਿੱਤੀ, ਲੇਕਿਨ ਡੇਰੇ ਸੱਚੇ ਸੌਦੇ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਉਹ ਪੋਸ਼ਾਕ ਪਾਈ। ਉਹ ਪੋਸ਼ਾਕ ਪਾਉਣ ਤੋਂ ਬਾਅਦ ਜੋ ਕੁਝ ਹੋਇਆ ਤੁਹਾਨੂੰ ਪਤਾ ਹੈ, ਕਿਸ ਤਰੀਕੇ ਨਾਲ ਉੱਥੇ ਹਾਲਾਤ ਵਿਗੜੇ ਔਰ ਅਕਾਲ ਤਖਤ ਸਾਹਿਬ ਨੇ ਬਾਈਕਾਟ ਕਰਨ ਦੀ ਗੱਲ ਕਰ ਦਿੱਤੀ। ਲੇਕਿਨ ਜਦੋਂ ਡੇਰਿਆਂ ਨੂੰ ਸਰੂਪ ਮਿਲਣੇ ਬੰਦ ਹੋ ਗਏ, ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੈਂਬਰ ਖੁਦ ਕਹਿੰਦੇ ਨੇ ਕਿ ਇੱਕ ਡੇਰੇ ਨੂੰ ਮੈਂ ਮਨਾ ਕੀਤਾ ਸੀ, ਮੇਰੇ ਮਨਾ ਕਰਨ ਤੋਂ ਬਾਅਦ ਵੀ ਉਹਨਾਂ ਨੂੰ 40 ਸਰੂਪ ਦੇ ਦਿੱਤੇ ਗਏ। ਤੁਸੀਂ ਸਰੂਪ ਉਹਨਾਂ ਡੇਰਿਆਂ ਨੂੰ ਦਿੱਤੇ ਜਿਨ੍ਹਾਂ ਦੇ ਉੱਤੇ ਅਕਾਲ ਤਖਤ ਸਾਹਿਬ ਨੇ ਰੋਟੀ ਬੇਟੀ ਦੀ ਸਾਂਝ ਖਤਮ ਕਰਨ ਦੇ ਸਾਨੂੰ ਹੁਕਮ ਦੇ ਦਿੱਤੇ ਸੀਗੇ। ਔਰ ਯਾਦ ਰੱਖਿਓ ਇਹ ਸਾਰੇ ਸਰੂਪ 2013 ਔਰ 2015 'ਚ ਗਏ ਨੇ। ਹੁਣ ਇਹਦੇ ਪਿੱਛੇ ਪੋਲੀਟੀਕਲ ਗੱਲ ਕੀ ਹੈ? ਪੋਲੀਟੀਕਲ ਗੱਲ ਇਹ ਹੈ ਕਿ ਸਰੂਪ ਇੱਕ ਜਵਾਹਰ ਸਿੰਘ ਵਾਲਾ ਤੋਂ ਜਿਹੜਾ ਚੋਰੀ ਹੁੰਦਾ ਹੈ, ਬਰਗਾੜੀ ਦੇ ਉਹਦੇ ਉੱਤੇ ਗੋਲੀ ਚੱਲ ਜਾਂਦੀ, ਉਹਦੇ ਅੰਗਾਂ ਦੀ ਬੇਦਬੀ ਹੁੰਦੀ ਹੈ, ਇਹ ਇੱਕ ਸਰੂਪ ਦੀ ਗੱਲ ਹੈ। ਸਰਕਾਰ ਕਿਹਦੀ ਹੈ? ਅਕਾਲੀ ਦਲ ਦੀ। ਸਰਕਾਰ ਕੋਈ ਐਕਸ਼ਨ ਨਹੀਂ ਲੈਂਦੀ, ਕਿਸੇ ਕਾਤਲ ਨੂੰ ਨਹੀਂ ਫੜ ਸਕਦੀ। ਮੈਂ ਕਾਤਲ ਵਰਡ ਯੂਜ਼ ਕਰ ਰਿਹਾ, ਜਿਨ੍ਹਾਂ ਨੇ ਗੁਰੂ ਸਾਹਿਬ ਦਾ ਕਤਲ ਕੀਤਾ ਸੀਗਾ ਉਹਨਾਂ ਨੂੰ ਫੜ ਨਹੀਂ ਸਕਦੀ। ਔਰ ਕੀ ਕਰਦੇ ਨੇ? ਐਕਸ਼ਨ ਲੈਂਦੇ ਨੇ, ਜਿਹੜਾ ਐਕਸ਼ਨ ਕਹਿੰਦੇ ਨੇ ਅਣਪਛਾਤੇ ਬੰਦਿਆਂ ਨੇ ਗੋਲੀ ਚਲਾ ਦਿੱਤੀ। ਹੁਣ ਅੱਜ ਵੀ ਇਹ ਜਿਹੜੇ ਸਰੂਪ ਗਏ ਨੇ ਇਹ ਅਣਪਛਾਤੇ ਬੰਦੇ ਲੈ ਗਏ, ਉਹ ਤੁਹਾਡੇ ਘਰ ਦੇ ਵਿੱਚੋਂ ਲੈ ਗਏ, ਗੁਰਦੁਆਰਾ ਰਾਮਸਰ ਦੇ ਵਿੱਚੋਂ ਲੈ ਗਏ ਜਿੱਥੇ ਸਰੂਪ ਦੀ ਸੰਪਾਦਨਾ ਹੋਈ ਸੀਗੀ। ਤੁਸੀਂ ਅਣਪਛਾਤੇ ਕਹਿ ਰਹੇ ਹੋ। ਕਿਉਂ ਕਹਿ ਰਹੇ ਹੋ? ਇਸ ਕਰਕੇ ਕਹਿ ਰਹੇ ਹੋ ਕਿ ਤੁਸੀਂ ਜਿਹੜੀ ਇਲੈਕਸ਼ਨਾਂ ਲੜਨੀਆਂ ਸੀਗੀਆਂ, ਤੁਸੀਂ ਇਲੈਕਸ਼ਨਾਂ ਜਿਹੜੀਆਂ ਲੜਨੀਆਂ ਸੀ ਉਹ ਬਠਿੰਡੇ ਕੌਂਸਟੀਚੁਐਂਸੀ 'ਚੋਂ ਲੜਨੀਆਂ ਸੀ ਜਿੱਥੇ ਡੇਰੇ ਦੀ ਸਭ ਤੋਂ ਵੱਡੀ ਵੋਟ ਸੀ। ਤੁਸੀਂ ਖੁਦ ਉਹਨਾਂ ਨੂੰ ਸਰੂਪ ਦਿੱਤੇ ਨੇ ਔਰ ਜਿਹੜਾ ਸਰੂਪ ਬਰਗਾੜੀ 'ਚ ਜਿਹੜਾ ਖਿਲਾਰਿਆ ਗਿਆ ਸੀ, ਜਿਹਦੀ ਬੇਦਬੀ ਕੀਤੀ ਗਈ ਸੀ, ਉਹ ਵੀ ਤੁਸੀਂ ਉਹਨਾਂ ਨੂੰ ਦਿੱਤਾ ਸੀਗਾ। ਮੈਂ ਇਹ ਸਮਝਦਾ ਵਾਂ ਕਿ ਇਹ ਬੇਦਬੀ ਉਹਨਾਂ ਸਰੂਪਾਂ ਦੀ ਹੋਈ ਸੀਗੀ। ਮੈਂ ਅੱਜ ਤੁਹਾਨੂੰ ਰਿਕਾਰਡ ਤੇ ਲੈ ਕੇ ਆਉਣਾ ਚਾਹੁੰਦਾ ਵਾਂ ਕਿ 2014 ਦੇ ਵਿੱਚ ਬੀਬਾ ਹਰਸਿਮਰਤ ਇਲੈਕਸ਼ਨ ਲੜਦੀ ਹੈ ਔਰ ਬਠਿੰਡੇ ਤੋਂ ਬੜੇ ਘੱਟ ਮਾਰਜਨ ਨਾਲ ਜਿੱਤਦੀ ਹੈ। 2017 ਦੇ ਵਿੱਚ 2019 ਦੇ ਵਿੱਚ ਬੀਬਾ ਫਿਰ ਇਲੈਕਸ਼ਨ ਜਿੱਤਦੀ ਹੈ ਤੇ ਬੜੇ ਛੋਟੇ ਮਾਰਜਨ ਤੋਂ ਜਿੱਤਦੀ ਹੈ, ਕਿਉਂਕਿ ਤੁਸੀਂ ਡੇਰੇ ਦੀ ਵੋਟਾਂ ਲੈਣੀਆਂ ਸੀ। ਤੁਸੀਂ ਡੇਰੇ ਨੂੰ ਮਾਫੀ ਵੀ ਦਿੱਤੀ, ਗਲਤ ਤਰੀਕੇ ਨਾਲ ਮਾਫੀ ਦਿੱਤੀ, ਉਹਨੇ ਮਾਫੀ ਮੰਗੀ ਵੀ ਨਹੀਂ। ਤੁਸੀਂ ਆਪ ਟਾਈਪਰਾਈਟਰ ਅਕਾਲ ਤਖਤ ਸਾਹਿਬ ਦੇ ਟਾਈਪਰਾਈਟਰ ਤੇ ਟਾਈਪ ਕਰਕੇ ਤੁਸੀਂ ਇਹਦੀ ਮਾਫੀ ਮੰਗੀ। ਮੈਂ ਇਹ ਸਮਝਦਾ ਵਾਂ ਕਿ ਤੁਹਾਡੇ ਪਿੱਛੇ ਮਨਸਾ ਜਿਹੜੀ ਸੀ, ਤੁਹਾਡੇ ਪਿੱਛੇ ਵੋਟ ਦੀ ਮਨਸ਼ਾ ਸੀਗੀ। ਤੁਸੀਂ ਵੋਟਾਂ ਲੈਣ ਵਾਸਤੇ ਗੁਰੂ ਨੂੰ, ਮੈਂ ਸਮਝਦਾ ਤੁਸੀਂ ਗੁਰੂ ਸਾਹਿਬਾਨ ਦਾ ਸੌਦਾ ਕਰ ਦਿੱਤਾ। ਤੁਸੀਂ ਗੁਰੂ ਦੇ ਨਹੀਂ ਹੋਏ, ਤੁਸੀਂ ਡੇਰਿਆਂ ਦੇ ਹੋ ਗਏ, ਤੁਸੀਂ ਰਾਜਨੀਤੀ ਦੇ ਹੋ ਗਏ। ਮੈਂ ਸਮਝਦਾ ਵਾਂ ਤੁਸੀਂ 453 ਸਰੂਪ ਜਿੱਦਾਂ ਮੈਂ ਆਖਿਆ, ਤੁਸੀਂ ਗੁਰੂ ਨਾਲ ਧਰੋਹ ਕੀਤਾ। ਤੁਹਾਨੂੰ ਸੱਤਾ ਪਿਆਰੀ ਸੀ, ਤੁਹਾਨੂੰ ਗੁਰੂ ਪਿਆਰਾ ਨਹੀਂ ਸੀਗਾ। ਮੈਂ ਜਗ ਆਸਰਾ ਗੁਰੂ ਹੋਟਲੋਂ ਅੱਜ ਜਿਹੜਾ ਤੁਹਾਨੂੰ ਬੁਲਾਇਆ ਗਿਆ, ਤੁਹਾਨੂੰ ਯਾਦ ਕੀਤਾ। ਮੈਂ ਸਮਝਦਾ ਕਿ ਇਸ ਵੇਲੇ ਸਾਡੇ ਹਿਰਦੇ ਵਲੂੰਧੜੇ ਗਏ ਨੇ। ਸਾਨੂੰ ਪਤਾ ਲੱਗੇ ਕਿ ਉਹ ਅੰਗ ਕਿੱਥੇ ਪਏ ਨੇ, ਸਾਨੂੰ ਪਤਾ ਲੱਗੇ ਕਿ ਉਹ ਸਰੂਪ ਕਿੱਥੇ ਪਏ। ਚਲੋ ਦੇ ਦਿੱਤੇ, ਪਰ ਦਿੱਤੇ ਕਿਹਨੂੰ? ਤੁਸੀਂ ਕਹਿੰਦੇ ਹੋ ਕਿ ਜੀ ਅਸੀਂ ਪੈਸੇ ਰਿਕਵਰ ਕਰ ਰਹੇ ਹਾਂ। ਤੁਸੀਂ ਪ੍ਰਿੰਟਿੰਗ ਦੇ ਪੈਸੇ ਰਿਕਵਰ ਕਰ ਰਹੇ ਹੋ, ਤੁਸੀਂ ਜਿਲਤਾਂ ਦੇ ਪੈਸੇ ਰਿਕਵਰ ਕਰ ਰਹੇ ਹੋ, ਤੁਸੀਂ ਗੁਰੂ ਮਹਾਰਾਜ ਦੇ ਸਰੂਪ ਦੀ ਕੀਮਤ ਪਾ ਕੇ ਪੈਸੇ ਰਿਕਵਰ ਕਰ ਰਹੇ ਹੋ। ਨਹੀਂ ਚਾਹੀਦੇ ਪੈਸੇ, ਸਾਨੂੰ ਸਰੂਪ ਚਾਹੀਦੇ ਨੇ। ਸਰੂਪ ਗਏ ਕਿੱਥੇ ਨੇ? ਸਾਨੂੰ ਐਡਰੈਸ ਦਿੱਤਾ ਜਾਵੇ, ਅਸੀਂ ਖੁਦ ਲੈ ਕੇ ਆਵਾਂਗੇ, ਦੇਖਾਂਗੇ ਉੱਥੇ ਸਰੂਪ ਦੇ ਨਾਲ ਕੀ ਕੀਤਾ ਗਿਆ ਕਿਸੇ ਨੇ। ਇਹ ਸਾਡਾ ਕੰਮ ਹੈ, ਇਹ ਮੇਰਾ ਨਹੀਂ ਹੈ, ਇਹ ਸਾਰੇ ਗੁਰੂ ਨਾਨਕ ਨਾਮ ਲੇਵਾ ਦਾ। ਉਹ ਭਾਵੇਂ ਮੈਂ ਸਮਝਦਾ ਸਿੰਘ ਸਭਾਵਾਂ ਹੋਣ, ਭਾਵੇਂ ਇਸਤਰੀ ਸੰਸਦ ਸਭਾਵਾਂ ਹੋਣ, ਭਾਵੇਂ ਨਿਹੰਗ ਸਿੰਘ ਜਥੇਬੰਦੀਆਂ ਹੋਣ, ਇਹ ਜਿੰਨੀਆਂ ਜਥੇਬੰਦੀਆਂ ਨੇ, ਮੈਂ ਸਮਝਦਾ ਸ਼ਬਦ ਚੌਂਕੀ ਜਥੇ ਨੇ। ਮੇਰੀ ਬੇਨਤੀ ਹੈ ਕਿ ਆਪਣੇ ਸਾਰਿਆਂ ਦਾ ਫਰਜ਼ ਬਣਦਾ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਕਮੇਟੀ ਆਪਣੇ ਫਰਜ਼ ਤੋਂ ਟਲ ਗਈ ਹੈ, ਆਪਣੇ ਫਰਜ਼ ਤੋਂ ਪਿੱਠ ਮੋੜ ਚੁੱਕੀ ਹੈ। ਕਿਹਨਾਂ ਕਰਕੇ ਪਿੱਠ ਮੋੜੀ ਹੈ? ਉਹ ਮੋੜੀ ਹੈ ਬਾਦਲ ਪਰਿਵਾਰ ਕਰਕੇ, ਜਿਹਦੇ ਲਿਫਾਫੇ 'ਚੋਂ ਪ੍ਰਧਾਨ ਨਿਕਲਦਾ। ਅਸੀਂ ਫੈਸਲਾ ਲਿਆ ਕਿ 2 ਤਰੀਕ ਨੂੰ ਵੈਡਨਸਡੇ, 2 ਤਰੀਕ ਬੁੱਧਵਾਰ, ਅਸੀਂ 12 ਸਫਦਰਜੰਗ ਰੋਡ, ਜਿਹੜਾ ਸੁਖਬੀਰ ਸਿੰਘ ਬਾਦਲ ਦਾ ਤੇ ਉਹਦੀ ਸਰਦਾਰਨੀ ਸਾਹਿਬਾਂ ਦਾ ਆਫੀਸ਼ੀਅਲ ਰੈਜ਼ੀਡੈਂਸ ਹੈ, ਅਸੀਂ ਉੱਥੇ ਜਾਵਾਂਗੇ
ਉੱਥੇ ਜਾ ਕੇ ਕੋਈ ਉੱਥੇ ਹੁੱਲੜਬਾਜ਼ੀ ਨਹੀਂ ਹੋਏਗੀ। ਅਸੀਂ ਉੱਥੇ ਜਾ ਕੇ ਜਪਜੀ ਸਾਹਿਬ ਦਾ ਪਾਠ ਕਰਨਾ ਹੈ ਔਰ ਅਰਦਾਸ ਕਰਨੀ ਹੈ। ਔਰ ਅਰਦਾਸ ਕੀ ਕਰਨੀ ਹੈ? ਅਰਦਾਸ ਇਹ ਕਰਨੀ ਹੈ ਕਿ ਸੱਚੇ ਪਾਤਸ਼ਾਹ ਇਹਨਾਂ ਦਾ ਜ਼ਮੀਰ ਜਾਗ ਜਾਵੇ, ਇਹਨਾਂ ਦੇ ਅੰਦਰ ਗੈਰਤ ਜਾਗ ਜਾਵੇ, ਇਹਨਾਂ ਦੇ ਅੰਦਰ ਗੁਰੂ ਪ੍ਰਤੀ ਪਿਆਰ ਜਾਗ ਜਾਵੇ। ਇਹ ਗੁਰੂ ਦਾ ਪਿਆਰ ਜਾਗੇ, ਇਹ ਸਾਨੂੰ ਇਹ ਦੱਸ ਦੇਣ ਕਿ ਸਾਡੇ ਗੁਰੂ ਭੇਜੇ ਕਿੱਥੇ ਨੇ, ਸਾਡੇ ਗੁਰੂ ਕਿਹਦੇ ਹਵਾਲੇ ਕਰ ਦਿੱਤੇ ਨੇ, ਔਰ ਅਸੀਂ ਖੁਦ ਜਾ ਕੇ ਉੱਥੋਂ ਦੀ ਲੈ ਕੇ ਆਵਾਂਗੇ। ਦੂਜੀ ਗੱਲ, ਅਕਾਲ ਤਖਤ ਸਾਹਿਬ ਦੀ ਜਿਹੜੀ ਰਿਪੋਰਟ ਹੈ, ਅਕਾਲ ਤਖਤ ਸਾਹਿਬ ਦੀ ਰਿਪੋਰਟ ਜਨਤਕ ਕੀਤੀ ਜਾਵੇ। ਅਕਾਲ ਤਖਤ ਸਾਹਿਬ ਦੀ ਵੈਬਸਾਈਟ ਦੇ ਉੱਤੇ ਔਰ ਜਿਹੜੀ SGPC ਦੀ ਵੈਬਸਾਈਟ ਹੈ ਉਹਦੇ ਉੱਤੇ ਉਹ 1000 ਪੇਜ ਦੀ ਰਿਪੋਰਟ ਜਨਤਕ ਕੀਤੀ ਜਾਵੇ, ਤਾਂ ਕਿ ਪਤਾ ਲੱਗੇ ਕਿ ਇਹ ਸਾਰੀ ਰਿਪੋਰਟ ਦੇ ਵਿੱਚ ਕੀ ਕੁਝ ਲਿਖਿਆ ਹੈ, ਕੀ ਇਹਦੇ ਨਾਂ ਆਏ ਨੇ, ਇਹ ਕਿੱਥੇ ਗਏ ਨੇ। ਇੱਕ ਬੇਨਤੀ ਮੇਰੀ ਹੋਰ ਹੈ ਕਿ ਜਿੱਥੇ ਵੀ ਅਕਾਲੀ ਲੀਡਰ ਮਿਲਣ, ਸੰਗਤ ਇਸ ਨੂੰ ਜ਼ਰੂਰ ਰੋਕੇ ਔਰ ਪੁੱਛੇ ਇਹਨਾਂ ਤੋਂ ਕਿ 453 ਸਰੂਪ ਜਿਹੜੇ ਗਏ ਨੇ ਉਹ ਕਿੱਥੇ ਗਏ ਨੇ। ਇਹ ਅਕਾਲੀ ਲੀਡਰਾਂ ਨੂੰ ਸੜਕਾਂ ਤੇ ਪੁੱਛੋ, ਗੁਰਦੁਆਰਾ ਸਾਹਿਬਾਨ ਇਹਨਾਂ ਨੂੰ ਪੁੱਛੋ, ਇਹਦਾ ਜਵਾਬ ਦਿਓ ਕਿ ਤੁਸੀਂ 2015 ਤੋਂ ਅੱਜ ਤੱਕ ਇਸ ਤੇ ਮਿੱਟੀ ਕਿਉਂ ਪਾਈ ਸੀਗੀ। ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵਾਂ ਕਿ ਜਿੱਥੇ ਤੁਸੀਂ ਇਹ ਅਖੰਡ ਪਾਠ ਸਾਹਿਬ ਜਾਂ ਸਹਿਜ ਪਾਠ ਰੱਖੋ ਪਛਤਾਤਾਪ ਦੇ, ਭਾਵੇਂ ਉਹ ਨਿਹੰਗ ਸਿੰਘ ਜਥੇਬੰਦੀਆਂ ਨੇ, ਹਰਿਆਣਾ ਕਮੇਟੀ ਹੈ, NRI ਨੇ, ਤਖਤ ਸਾਹਿਬ ਨੇ, ਨਿਹੰਗ ਸਿੰਘ ਜਥੇਬੰਦੀਆਂ ਨੇ, ਕਾਰ ਸੇਵਾ ਵਾਲੇ ਜਥੇਬੰਦੀਆਂ ਨੇ, ਜਿੱਥੇ ਪਛਤਾਤਾਪ ਦਾ ਸਹਿਜ ਪਾਠ ਜਾਂ ਅਖੰਡ ਪਾਠ ਸਾਹਿਬ ਰੱਖਣ, ਉੱਥੇ ਕਿਰਪਾ ਕਰਕੇ ਅਰਦਾਸ ਕਰ ਸਕਦੇ ਹੋਣ, ਜਪਜੀ ਸਾਹਿਬ ਕਰ ਸਕਦੇ ਹੋਣ। ਔਰ ਹਰੇਕ ਨੂੰ ਮੈਂ ਬੇਨਤੀ ਕਰਦਾ ਕਿ 302 ਦਾ ਪਰਚਾ, 295 ਦਾ ਪਰਚਾ ਹਰੇਕ ਸਿੱਖ ਕਰਾ ਸਕਦਾ, ਕਿਉਂਕਿ ਉਹ ਮੇਰਾ ਪਿਤਾ ਸੀ, ਉਸ ਨੂੰ ਲਿਵਿੰਗ ਗੁਰੂ ਦਾ ਸਟੇਟਸ ਸੀਗੇ। ਔਰ ਮੈਂ ਵੀ ਦੱਸ ਦੇਵਾਂ ਕਿ ਜਦੋਂ 2017 ਦੀ ਇਲੈਕਸ਼ਨ ਹੋਈ, ਜਦੋਂ ਡੇਰੇ ਦੀ ਵੋਟਾਂ ਲੈਣ ਵਾਸਤੇ ਇਹਨਾਂ ਨੇ ਸਾਰਾ ਕਰਮਕਾਂਡ ਕੀਤਾ, ਤੇ ਜੇ ਮੈਂ ਬਠਿੰਡੇ ਪ੍ਰੈਸ ਕਾਨਫਰੰਸ ਕੀਤੀ ਔਰ ਬਠਿੰਡੇ ਪ੍ਰੈਸ ਕਾਨਫਰੰਸ ਮੈਂ ਆਖਿਆ ਕਿ ਸਾਨੂੰ ਡੇਰੇ ਦੀ ਵੋਟਾਂ ਨਹੀਂ ਚਾਹੀਦੀਆਂ, ਸਾਰ ਸੁਖਬੀਰ ਸਿੰਘ ਬਾਦਲ ਮੈਨੂੰ ਆਰਡਰ ਕਰਦੇ ਨੇ ਕਿ ਤੁਸੀਂ ਇਲੈਕਸ਼ਨ ਕੈਂਪੇਨ ਛੱਡ ਜਾਓ, ਕਿਉਂਕਿ ਇਲੈਕਸ਼ਨ 'ਚ 5 ਦਿਨ ਰਹਿ ਗਏ ਨੇ। ਇਹ ਮੈਂ 30 ਜਨਵਰੀ ਜਾਂ 31 ਜਨਵਰੀ ਨੂੰ ਕੀਤਾ ਸੀ, 4 ਫਰਵਰੀ ਨੂੰ ਵੋਟਾਂ ਸੀ, ਤੁਸੀਂ ਵਾਪਸ ਦਿੱਲੀ ਚਲੇ ਜਾਓ, ਤੁਸੀਂ ਕੋਈ ਬਿਆਨ ਨਹੀਂ ਦੇਣਾ ਔਰ ਡੇਰੇ ਦੇ ਵਾਸਤੇ ਤੁਸੀਂ ਕੁਝ ਨਹੀਂ ਬੋਲਣਾ। ਜੋ ਮੈਂ ਬੋਲਣਾ ਸੀ ਮੈਂ ਬੋਲ ਚੁੱਕਾ ਸੀ, ਅਖਬਾਰਾਂ 'ਚ ਛਪ ਚੁੱਕਾ ਸੀਗਾ। ਮੈਂ ਸਮਝਦਾ ਸਾਰੀਆਂ ਕੜੀਆਂ ਜੁੜਦੀਆਂ ਨੇ ਔਰ ਇਹ ਸਾਰੀਆਂ ਕੜੀਆਂ ਜਿਹੜੀਆਂ ਨੇ ਇਸ ਪਰਿਵਾਰ ਤੇ ਆਉਂਦੀਆਂ ਨੇ, ਜਿਹਦੇ ਲਿਫਾਫੇ 'ਚੋਂ SGPC ਦੇ ਪ੍ਰਧਾਨ ਨਿਕਲਦੇ ਨੇ ਪਿਛਲੇ 25 ਸਾਲ ਤੋਂ। ਜਿੰਨੀ ਕਾਰਵਾਈ ਹੋਈ ਹੈ ਇਹਦੇ ਜਿਹੜੀ ਮੁਅੱਤਲ ਵੀ ਕੀਤੇ ਗਏ, ਇਹਦਾ ਮਤਲਬ ਸੰਤੁਸ਼ਟ ਨਹੀਂ ਹੋ ਤੁਸੀਂ ਬਿਲਕੁਲ? ਮੈਂ ਸਮਝਦਾ ਇਹ ਕਾਰਵਾਈ ਹੋਣੀ ਜ਼ਰੂਰੀ ਹੈ, ਲਾਜ਼ਮੀ ਹੈ, ਲੇਕਿਨ ਕਸੂਰ ਇਹਨਾਂ ਦਾ ਨਹੀਂ। ਜੇ ਇਹਨਾਂ ਨੇ ਕੁਝ ਕੀਤਾ ਸੀ ਤਾਂ 2015 ਦੇ ਵਿੱਚ ਇਹਨਾਂ ਦੇ ਉੱਤੇ ਐਕਸ਼ਨ ਹੋ ਜਾਣਾ ਸੀ। 2015 'ਚ ਸਰਕਾਰ ਤੁਹਾਡੀ ਸੀ, ਇਹ ਚੋਰ ਫੜੇ ਜਾਣੇ ਸੀਗੇ, ਕਿਉਂਕਿ ਤੁਸੀਂ ਆਪ ਸ਼ਾਮਲ ਹੋ। ਇਸ ਕਰਕੇ ਤੁਸੀਂ ਨਾ ਕਾਰਵਾਈ ਕੀਤੀ। ਅੱਜ ਕਾਰਵਾਈ ਕਰਦੇ ਪਏ ਹੋ ਜਦੋਂ ਬਿੱਲੀ ਥੈਲੇ 'ਚੋਂ ਬਾਹਰ ਆਈ ਹੈ। ਐਕਟਿਵ ਜਥੇਦਾਰ ਕਹਿੰਦੀ ਹਰਪ੍ਰੀਤ ਸਿੰਘ ਜੀ ਦੀ ਸਟੇਟਮੈਂਟ ਵਿਚਕਾਰ ਮੀਡੀਆ 'ਚ ਇਹ ਵੀ ਆਈ ਸੀ ਕਿ ਕੋਈ ਵੀ ਸਰੂਪ ਗਾਇਬ ਹੀ ਨਹੀਂ ਹੋਇਆ, ਸਿਰਫ ਲੈਦਰ ਦੀ ਐਂਟਰੀਆਂ ਦਾ ਫਰਕ ਹੈ। ਤੁਸੀਂ ਕਹਿ ਰਹੇ ਹੋ ਸਰੂਪ ਬਰਾਮਦ ਹੋਣੇ ਚਾਹੀਦੇ ਨੇ, ਉਹ ਕਹਿੰਦੇ ਨੇ ਕੋਈ ਸਰੂਪ ਬਾਹਰ ਨਹੀਂ ਗਿਆ। ਮੈਂ ਕਹਿੰਦਾ ਜੇ ਗਾਇਬ ਨਹੀਂ ਹੋਇਆ ਕਿਹਨਾਂ ਕੋਲ ਗਿਆ, ਉਹਨਾਂ ਦੇ ਐਡਰੈਸ ਦੇ ਦਿਓ ਨਾ, ਪਤਾ ਲੱਗ ਜਾਏਗਾ। ਉਹਦੀ ਗਿਣਤੀ ਤਾਂ ਪੂਰੀ ਹੋਵੇ। ਜੇ 328 ਨੇ ਕਿ 453 ਨੇ, ਉਹ ਕਿੱਥੇ ਗਏ ਨੇ ਪਤਾ ਲੱਗ ਜਾਵੇ ਕਿੱਥੇ ਗਏ ਨੇ, ਸਾਨੂੰ ਉਹਨਾਂ ਦਾ ਐਡਰੈਸ ਦਿੱਤਾ ਜਾਵੇ। ਮੈਂ ਸਮਝਦਾ ਵਾਂ ਇਹ ਜੇ FIR ਦਰਜ ਹੋਵੇ, ਇਹ ਕੰਮ ਫੌਜਦਾਰੀ ਦਾ ਹੈ। ਇਹ FIR ਦਰਜ ਹੁੰਦੀ ਪੁਲਿਸ ਪੁੱਛਦੀ ਨਾ, ਤੁਸੀਂ ਆਪੇ ਹੀ ਕਾਰਵਾਈ ਕਰਕੇ ਫਿਰ ਬੰਦ ਕਰੋਗੇ, ਤੁਸੀਂ ਫਿਰ ਟੱਪ ਕਰੋਗੇ। ਜਥੇਦਾਰ ਸਾਹਿਬ ਦਾ ਐਡਾ ਹੀ ਬੜਾ ਹੈ ਕਿ ਉਹਨਾਂ ਨੇ ਇੰਨਾ ਐਕਸ਼ਨ ਕਰਵਾ ਲਿਆ ਇਹਨਾਂ ਦੇ ਉੱਤੇ। ਮੈਂ ਸਮਝਦਾ ਅਗਲਾ ਐਕਸ਼ਨ ਹੋਣਾ ਹੁਣ ਕੌਮ ਦੀ ਜ਼ਿੰਮੇਵਾਰੀ ਹੈ। ਕੌਮ ਦੀ ਜ਼ਿੰਮੇਵਾਰੀ ਹੈ ਕਿ ਬਾਕੀ ਐਕਸ਼ਨ ਕੀਤਾ ਜਾਏ। ਸਾਨੂੰ ਇਹ ਦੱਸੋ ਸਰੂਪ ਕਿੱਥੇ ਨੇ, ਛੱਡੋ ਸਾਰੀ ਗੱਲ। ਅਸੀਂ ਜਾ ਕੇ ਸਰੂਪ ਦੇਖਣਾ ਚਾਹੁੰਦੇ ਹਾਂ, ਮਰਿਆਦਾ ਛੈ ਨੇ ਜਾਂ ਉਹਨਾਂ ਦੇ ਨਾਲ ਬੇਦਬੀ ਕੀਤੀ ਗਈ ਜਾਂ ਉਹਨਾਂ ਦੇ ਅੰਗ ਖਿਲਾਰੇ ਗਏ ਨੇ ਸੜਕਾਂ ਦੇ ਉੱਤੇ, ਉਹ ਕੀ ਕੀਤਾ ਗਿਆ। ਅਸੀਂ ਸ਼ਾਂਤੀ ਚਾਹੁੰਦੇ ਹਾਂ। ਅਸੀਂ ਉਹ ਸਰੂਪ ਲਿਆ ਕੇ ਉਹਨਾਂ ਦਾ ਜਿਹੜਾ ਅਗਨ ਭੇਟ ਕਰਕੇ ਉਹਨਾਂ ਦਾ ਜੋ ਮਰਿਆਦਾ ਅਨੁਸਾਰ ਹੈ ਅਸੀਂ ਉਹ ਕਾਰਵਾਈ ਕਰਨੀ ਚਾਹੁੰਦੇ ਹਾਂ। ਜਿਸ ਵੇਲੇ ਡੇਰੇ ਦੀ ਮਾਫੀ ਦਿੱਤੀ, ਇਹ ਆਖਿਆ ਗਿਆ ਸੀਗਾ ਕਿ ਉਸਨੇ ਸਾਡੇ ਤੋਂ ਡੇਰੇ ਦੀ ਮਾਫੀ ਮੰਗੀ ਹੈ। ਅੱਜ ਤੱਤ ਸਾਹਮਣੇ ਆ ਰਹੇ ਨੇ ਕਿ ਉਹ ਤੋਂ ਚਿੱਠੀ ਕੋਈ ਨਹੀਂ ਆਈ। ਤੱਤ ਅੱਜ ਸਾਹਮਣੇ ਆ ਰਹੇ ਨੇ। ਤੇ ਜਿਸ ਵੇਲੇ ਮੈਂ ਪ੍ਰਧਾਨ ਸੀਗਾ ਦਿੱਲੀ ਗੁਰਦੁਆਰਾ ਕਮੇਟੀ ਦਾ, ਜਿਸ ਵੇਲੇ ਮੈਂ ਅਕਾਲੀ ਦਲ ਦਾ ਪ੍ਰਧਾਨ ਸੀ ਦਿੱਲੀ ਸਟੇਟ ਦਾ, ਉਸ ਵੇਲੇ ਮੈਨੂੰ ਜਦੋਂ ਪੁੱਛਿਆ ਜਾ ਰਿਹਾ ਕਿ ਡੇਰੇ ਤੋਂ ਤੁਹਾਨੂੰ ਵੋਟਾਂ ਚਾਹੀਦੀਆਂ, ਤੇ ਮੈਂ ਬੋਲ ਰਿਹਾ ਮੈਨੂੰ ਡੇਰੇ ਦੀ ਵੋਟਾਂ ਨਹੀਂ ਚਾਹੀਦੀਆਂ, ਵੋਟਾਂ ਤੋਂ ਪਹਿਲੇ ਮੈਨੂੰ ਵਾਪਸ ਭੇਜਿਆ ਜਾਂਦਾ।
ਪਹਿਲੇ ਵੀ ਇਸ਼ਤਿਹਾਰ ਵੀ ਨਹੀਂ ਦਿੱਤੇ ਅਸੀਂ। ਹੈਂ ਮੈਂ ਸਮਝਦਾ ਕਿ ਇਹ ਸਾਰੀ ਕਾਰਵਾਈ ਫੌਜਦਾਰੀ ਹੋਣੀ ਚਾਹੀਦੀ ਹੈ। ਐਸਜੀਪੀਸੀ ਨੇ ਇਸ਼ਤਿਹਾਰ ਦਿੱਤੇ 90 ਲੱਖ ਰੁਪਇਆ ਖਰਚ ਕੇ, ਮੈਨੂੰ ਇੰਸਟਰਕਸ਼ਨਸ ਹੋਈਆਂ ਕਿ ਦਿੱਲੀ ਕਮੇਟੀ ਵੱਲੋਂ ਇਸ਼ਤਿਹਾਰ ਦਿੱਤਾ ਜਾਵੇ, ਅਖਬਾਰਾਂ ਦੇ ਵਿੱਚ ਐਕਸਪਲੇਨੇਸ਼ਨ ਦਿੱਤਾ ਜਾਵੇ। ਅਸੀਂ ਕੋਈ ਇਸ਼ਤਿਹਾਰ ਨਹੀਂ ਦਿੱਤਾ। ਸੁਖਬੀਰ ਦੇ ਸਾਹਿਬ ਪਹਿਲੇ ਵੀ ਤੁਸੀਂ ਇੱਕ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਸੀ ਬਾਈ ਤਾਲਤਾ ਹੁਣ ਜਿਹੜਾ ਪੀਟੀਸੀ ਦੇ ਬਾਰੇ ਸੀ ਉਹ ਪੀਟੀਸੀ ਦੇ ਬਾਰੇ ਸੀ। ਪੀਟੀਸੀ ਨੇ ਉਸੇ ਵੇਲੇ ਲਿਖ ਕੇ ਮੇਰੇ ਘਰ ਪਹੁੰਚ ਗਈ ਪੀਟੀਸੀ ਜੀ ਕਿ ਅਸੀਂ ਆਪਣਾ ਵਾਪਸ ਲੈਂਦੇ ਹਾਂ, ਅਸੀਂ ਆਪਣਾ ਕਲੇਮ ਵਾਪਸ ਲੈਂਦੇ ਹਾਂ। ਜਿਹੜਾ ਮਰਜ਼ੀ ਗੁਰਬਾਣੀ ਸਾਡੇ ਪੋਰਟਲ ਤੋਂ ਚੁੱਕ ਸਕਦਾ, ਅੱਗੇ ਟੈਲੀਕਾਸਟ ਕਰ ਸਕਦਾ। ਉੱਥੋਂ ਰਿਵਰਸ ਮਾਰਿਆ ਤੇ ਤਾਂ ਖਤਮ ਹੋਇਆ ਸੀ। ਜਪਜੀ ਸਾਹਿਬ ਦਾ ਪਾਠ ਔਰ ਅਰਦਾਸ ਕੀਤੀ ਜਾਏਗੀ ਬਸ। ਸਿਰਫ ਜਪਜੀ, ਅਸੀਂ ਕੋਈ ਹੁੱਲੜਬਾਜ਼ੀ ਨਹੀਂ, ਕੋਈ ਨਾਅਰੇਬਾਜ਼ੀ ਨਹੀਂ। ਅਸੀਂ ਸਿਰਫ ਆਪਣੇ ਮਨ ਨੂੰ ਸ਼ਾਂਤੀ ਵਾਸਤੇ ਜਾ ਰਹੇ ਹਾਂ। ਮੇਰੀ ਬੇਨਤੀ ਹੈ ਕਿ ਜਿੱਥੇ ਅਕਾਲੀ ਲੀਡਰ ਮਿਲਣ ਇਹਨਾਂ ਨੂੰ ਰੋਕੋ, ਇਹਨਾਂ ਨੂੰ ਪੁੱਛੋ ਕਿਉਂ ਕਾਰਵਾਈ ਨਹੀਂ ਹੋਈ 2015 ਤੋਂ ਬਾਅਦ, ਮਿੱਟੀ ਕਿਉਂ ਪਾਈ। ਇਹਨਾਂ ਨੂੰ ਪੁੱਛੋ ਸਰੂਪ ਕਿੱਥੇ ਨੇ, ਅਸੀਂ ਉਹ ਸਰੂਪ ਲੈਣ ਜਾਣੇ ਨੇ ਔਰ ਅਸੀਂ ਉੱਥੇ ਜਪਜੀ ਸਾਹਿਬ ਦਾ ਪਾਠ ਤੇ ਅਰਦਾਸ ਕਰਾਂਗੇ। ਤੁਸੀਂ 6 ਸਾਲ ਪ੍ਰਧਾਨ ਰਹੇ ਹੋ, ਤੁਸੀਂ ਪਹਿਲੇ 6 ਸਾਲਾਂ 'ਚ ਕਦੀ ਨਹੀਂ ਕਿਹਾ ਕਿ ਬਾਦਲ ਦੇ ਲਿਫਾਫੇ 'ਚੋਂ ਪ੍ਰਧਾਨ ਨਿਕਲਦਾ ਹੈ। ਹੁਣ ਤੁਸੀਂ 3 ਵਾਰ ਕਹਿ ਦਿੱਤਾ। ਹਮੇਸ਼ਾ ਬਾਦਲ ਦੇ ਲਿਫਾਫੇ ਤੋਂ ਉੱਥੋਂ ਨਿਕਲਦਾ ਸੀਗਾ। ਨਹੀਂ 6 ਸਾਲਾਂ 'ਚ ਕਦੀ ਨਹੀਂ ਕਿਹਾ ਮੈਂ ਮੈਂ ਹਮੇਸ਼ਾ ਇਹ ਗੱਲ ਤੇ ਜਨਤਕ ਹੈਗੀ ਹੈ, ਇਹ ਗੱਲ ਤਾਂ ਜਨਤਕ ਹੈ। ਹੈਗੀ ਹੈ ਮਤਲਬ ਤੁਸੀਂ ਆਪ ਇਹ ਐਸਜੀਪੀਸੀ 'ਚ ਇਦਾਂ ਹੀ ਹੁੰਦਾ ਰਿਹਾ, ਦਿੱਲੀ ਵੀ ਪਹਿਲੇ ਇਦਾਂ ਹੁੰਦਾ ਰਿਹਾ। ਦਿੱਲੀ ਤੇ ਮੈਨੂੰ ਇਹ ਹਟਾ ਨਹੀਂ ਸਕਦੇ ਸੀਗੇ ਕਿਉਂਕਿ ਜਿਸ ਸ਼ਕਲ ਤੋਂ ਜਿੱਤੇ ਸੀਗੇ, ਨਹੀਂ ਤੇ ਕਿਸੇ ਹੋਰ ਨੂੰ ਵੀ ਕੱਢ ਸਕਦੇ ਸੀਗੇ। ਜੀ ਸਿੰਘ ਜੀ, ਤੁਸੀਂ ਕਹਿ ਰਹੇ ਹੋ ਕਿ ਸਾਨੂੰ ਐਡਰੈਸ ਦਿੱਤੇ ਜਾਣ, ਅਸੀਂ ਜਾ ਕੇ ਉੱਥੋਂ ਦੀ ਸਰੂਪ ਰਿਕਵਰ ਕਰਾਂਗੇ। ਜਥੇਦਾਰ ਸਾਹਿਬ ਦਾ ਮੀਡੀਆ 'ਚ ਇਹ ਮੈਂ ਨਹੀਂ ਕਰਾਂਗਾ, ਸਾਰੇ ਗੁਰੂ ਨਾਨਕ ਨਾਮ ਲੈਵਾ ਸੰਗਤ ਨਾਮ ਲੈਵਾ ਸੰਗਤ ਦੀ ਗੱਲ ਕਰੀਏ। ਮਗਰ ਜਥੇਦਾਰ ਸਾਹਿਬ ਦਾ ਬਿਆਨ ਹੈ ਕਿ ਜਿਵੇਂ ਪੰਜਾਬ 'ਚ ਗੁਰੂ ਗ੍ਰੰਥ ਸਾਹਿਬ ਸੇਵਾ ਸਤਿਕਾਰ ਸਮਿਤੀਆਂ ਬਣੀਆਂ ਹੋਈਆਂ ਨੇ, ਐਸਜੀਪੀਸੀ ਦੇ ਮੁਲਾਜ਼ਮਾਂ ਦੇ ਇਲਾਵਾ ਕਿਸੇ ਕੋਲ ਰਾਈਟ ਹੀ ਨਹੀਂ ਹੈਗਾ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਵਾਲੀ ਜਗ੍ਹਾ ਤੇ ਜਾ ਕੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ। ਉਹਨਾਂ ਨੇ ਅਕਾਲ ਤਖਤ ਸਾਹਿਬ ਨੇ ਕਿਹਾ ਕਿਸੇ ਦੇ ਘਰ ਪ੍ਰਕਾਸ਼ ਹੈ, ਕਿਸੇ ਦੇ ਘਰ ਉਹ ਹੈ ਜਿਹੜੇ ਰਾਈਟਫੁਲੀ ਦਿੱਤੇ ਗਏ ਨੇ, ਲੇਕਿਨ ਜਿਹੜੇ ਚੋਰੀ ਨਾਲ ਦਿੱਤੇ ਗਏ ਨੇ ਉਹਨਾਂ ਦੇ ਉੱਤੇ ਅਕਾਲ ਤਖਤ ਸਾਹਿਬ ਦਾ ਕੋਈ ਐਸਾ ਬਿਆਨ ਨਹੀਂ ਹੈਗਾ। ਔਰ ਅਸੀਂ ਡਿਊਟੀ ਬਾਉਂਡ ਐਜ਼ ਅ ਸਿੱਖ ਅਸੀਂ ਜਾ ਕੇ ਉਸ ਗੁਰੂ ਦਾ ਪਤਾ ਲਈਏ ਜਿਹੜਾ ਐਸਜੀਪੀਸੀ ਕਹਿੰਦੀ ਕਿ ਚੋਰੀ ਹੋ ਗਈ। ਉਹਨਾਂ ਦੀ ਸਟੇਟਮੈਂਟ ਸੀ ਕਿ ਐਸਜੀਪੀਸੀ ਦੇ ਇਲਾਵਾ ਸਾਡੇ ਕੋਲ ਕੰਪਲੇਂਟਾਂ ਆਉਂਦੀਆਂ ਨੇ ਕਿ ਗੁਰੂ ਗ੍ਰੰਥ ਸਾਹਿਬ ਸੇਵਾ ਸਮਿਤੀਆਂ ਜਿਹੜੀਆਂ ਬਣੀਆਂ ਨੇ ਸਤਿਕਾਰ ਦੇ ਲਈ, ਉਹ ਲੋਕਾਂ ਦੇ ਡੇਰਿਆਂ ਦੇ ਉੱਤੇ ਜਾ ਕੇ ਜਦ ਕਿ ਉੱਥੇ ਮਨਮਤ ਹੋ ਰਹੀ ਹੁੰਦੀ ਹੈ, ਉਹ ਚੁੱਕਦੇ ਨੇ। ਅਸੂਲ ਦੇ ਹਿਸਾਬ ਨਾਲ ਪੂਰੀ ਕੌਮ ਮੰਨਦੀ ਹੈ ਕਿ ਪੰਥਕ ਕੰਮ ਹੈ। ਮਗਰ ਜਥੇਦਾਰ ਸਾਹਿਬ ਦਾ ਕਹਿਣਾ ਹੈਗਾ ਕਿ ਕਿਸੇ ਕੋਲ ਰਾਈਟ ਹੀ ਨਹੀਂ ਹੈ ਸਿਵਾਏ ਐਸਜੀਪੀਸੀ ਦੇ, ਕਿ ਅੱਜ ਉੱਥੇ ਬੇਦਬੀ ਹੋ ਰਹੀ ਹੈ। ਮੈਂ ਸਮਝਦਾ ਉਹ ਮਸਲਾ ਅਲੱਗ ਹੈ। ਮੈਂ ਮਸਲੇ ਦੀ ਗੱਲ ਕਰ ਰਿਹਾ ਜਿਹੜੇ ਸਰੂਪ ਚੋਰੀ ਹੋਏ ਨੇ, ਇਹਨਾਂ ਦੇ ਉੱਤੇ ਹਰੇਕ ਸਿੱਖ ਦਾ ਰਾਈਟ ਹੈ ਕਿ ਜੇ ਕਿਸੇ ਨੂੰ ਵੀ ਪਤਾ ਲੱਗ ਜਾਵੇ ਉੱਥੇ ਜਾ ਕੇ ਉਸ ਨੂੰ ਦੇਖਣਾ ਚਾਹੀਦਾ ਹੈ ਕਿ ਸਰੂਪ ਕਿੱਦਾਂ ਰੱਖਿਆ ਜਾਏ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।